ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਮੇਰੇ ਸਾਹਿਬ ਤੂੰ ਮਹਿਮਾਨ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ। ਸੁਨ ਸੁਨ ਜੀਵਾਂ ਤੇਰੀ ਬਾਣੀ, ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨੋ ਰੇ ਸੰਤੋ, ਸਾਧ ਸੰਗਤ ਤਰ ਜਾਹੇਗਾ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਓ ਕੀ ਓਟ, ਨਿਆਸਰਿਓ ਕੇ ਆਸਰੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਓ ਬੜੇ ਪਿਆਰ ਸਹਿਤ ਦੋਨੇ ਹੱਥ ਜੋੜ ਕਰਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਧੰਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਰਾਤਰੀ ਦੇ ਸਮੇਂ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਪਿਆਰ ਵਿੱਚ ਭਿੱਜ ਕਰਕੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸਤਿਗੁਰੂ ਦੀ ਪਾਵਨ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹੋ। ਆਓ ਗੁਰੂ ਰੂਪ ਗੁਰੂ ਖਾਲਸਾ ਜੀ ਜਿਵੇਂ ਪਿਛਲੇ ਦੀਵਾਨਾਂ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਖੋਂ ਉਚਾਰੀ ਹੋਈ ਅੰਮ੍ਰਿਤ ਬਾਣੀ, ਜਪਜੀ ਸਾਹਿਬ ਜੀ ਦੀ ਪਾਵਨ ਪੌੜੀ ਦੀ ਵਿਚਾਰ, ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਇਹ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ। ਆਓ ਅੱਜ ਦੀ ਪੌੜੀ ਜਿਹੜੀ 27ਵੀਂ ਪੌੜੀ ਹੈ, ਜਿਸ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਪਰਮਾਤਮਾ ਦੇ ਘਰ ਤੇ ਪਰਮਾਤਮਾ ਦੇ ਘਰ ਦੇ ਦਰਵਾਜ਼ੇ ਦੀ ਗੱਲ ਕਰਦੇ ਹਨ। ਆਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਾਰ ਬ੍ਰਹਮ ਪਰਮੇਸ਼ਰ ਜੀ ਆਪ ਕਿਰਪਾ ਕਰਕੇ ਆਪਣੇ ਵਿਚਾਰ ਤੇ ਸੁਣਨ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਰੋ। ਆਖੋ ਸਤਨਾਮ ਸਤਨਾਮ। ਸੋ ਦਰ ਤੇਰਾ ਕੇਹਾ ਸੋ ਕਰ ਕੇਹਾ, ਜਿਤ ਬੈ ਸਰਬ ਸਮਾਲੇ। ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦੇ ਉਸ ਘਰ ਦੀ ਗੱਲ ਕਰਦੇ ਨੇ ਕਿ ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਬੈਠ ਕਰਕੇ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ। ਅੱਬਾ ਆਰੰਭਤਾ ਤੋਂ ਬਚ ਲੈਣਾ। ਸੋ ਦਰ ਕੇਹਾ, ਦਰ ਦਾ ਭਾਵ ਹੈ ਦਰਵਾਜ਼ਾ। ਉਹ ਦਰਵਾਜ਼ਾ ਕਿੱਥੇ ਹੈ? ਉਹ ਘਰ ਕਿਹੜਾ ਹੈ ਜਿਸ ਵਿੱਚ ਬੈਠ ਕੇ ਉਹ ਨਿਰੰਕਾਰ ਅਕਾਲ ਪੁਰਖ ਸਾਰੇ ਜੀਵਾਂ ਦੀ ਪਾਲਣਾ ਕਰ ਰਿਹਾ, ਸਾਰੇ ਜੀਵਾਂ ਨੂੰ ਸਿਰਜ ਰਿਹਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਅਕਾਲ ਪੁਰਖ ਦਾ ਘਰ ਕਿਵੇਂ ਦਾ ਹੈ, ਘਰ ਨੂੰ ਦਰਵਾਜ਼ਾ ਕਿਵੇਂ ਦਾ ਲੱਗਿਆ ਹੋਇਆ ਹੈ। ਇਹ ਸਾਰੇ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ
ਕਿ ਸਾਰਾ ਜਿਹੜਾ ਸੰਸਾਰ ਹੈ ਉਸ ਦਰਵਾਜ਼ੇ ਨੂੰ ਲੱਭ ਰਿਹਾ ਹੈ ਕਿ ਜਿਸ ਦਰਵਾਜ਼ੇ ਤੋਂ, ਕਿਉਂਕਿ ਗੁਰੂ ਪਿਆਰਿਓ ਜਿੰਨੇ ਮਰਜ਼ੀ ਦੁਨੀਆ ਵਿੱਚ ਘਰ ਨੇ, ਮਹਿਲ ਨੇ ਵੱਡੇ ਵੱਡੇ, ਪਰ ਜੇ ਉਸ ਘਰ ਵਿੱਚ ਵੜਨਾ ਹੋਵੇਗਾ ਤੇ ਦਰਵਾਜ਼ਾ ਲੱਭਣਾ ਪਵੇਗਾ। ਬਿਨਾਂ ਦਰਵਾਜ਼ੇ ਤੋਂ ਕੋਈ ਵੀ ਮਨੁੱਖ ਕਿਸੇ ਦੇ ਘਰ ਵਿੱਚ ਵੀ ਐਂਟਰੀ ਨਹੀਂ ਕਰ ਸਕਦਾ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਜਿੰਨੇ ਮਰਜ਼ੀ ਦੁਨੀਆ ਵਿੱਚ ਘਰ ਨੇ, ਪਰ ਉਹਨਾਂ ਦਾ ਘਰ ਦਾ ਜਿਹੜਾ ਦਰਵਾਜ਼ਾ ਉਹ ਲੱਭਣਾ ਪਵੇਗਾ। ਤੁਸੀਂ ਮੰਨ ਲਓ ਜਿਵੇਂ ਗੁਰੂ ਘਰ ਹੈ ਤੇ ਪਿਛਲੇ ਪਾਸੇ ਕੰਧ ਹੈ, ਜਿੰਨਾ ਮਰਜ਼ੀ ਮਨੁੱਖ ਉਸ ਕੰਧ ਪਿੱਛੇ ਬੈਠਾ ਰਹੇ ਤੇ ਪਿਆਰਿਓ ਉਹ ਅੰਦਰ ਨਹੀਂ ਆ ਸਕਦਾ। ਉਹਨੂੰ ਦਰਵਾਜ਼ਾ ਲੱਭਣਾ ਪਵੇਗਾ ਤਾਂ ਉਹ ਮਨੁੱਖ ਫਿਰ ਅੰਦਰ ਆ ਸਕਦਾ ਹੈ, ਤਾਂ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਸਕਦਾ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਸ ਦਰਵਾਜ਼ੇ ਨੂੰ ਲੱਭਣਾ ਹੈ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਪੜ੍ਹਦੇ ਹਨ ਸਾਰੇ ਅਸੀਂ ਗੁਰੂ ਅਮਰਦਾਸ ਪਿਤਾ ਜੀ ਦੇ ਬਚਨ ਕਿ 9 ਦਰਵਾਜ਼ੇ ਤਾਂ ਸਤਿਗੁਰ ਨੇ ਇਹ ਪ੍ਰਤੱਖ ਸਰੀਰ ਵਿੱਚ ਦੇ ਦਿੱਤੇ, ਨੱਕ ਕੰਨ ਮੂੰਹ ਇਹ ਸਾਰੇ 9 ਦਰਵਾਜ਼ੇ ਨੇ, ਪਰ 10ਵਾਂ ਦਰਵਾਜ਼ਾ ਕਿਉਂ ਗੁਪਤ ਰੱਖਿਆ? ਮਹਾਰਾਜ ਕਹਿੰਦੇ 10ਵਾਂ ਦਰਵਾਜ਼ਾ ਖੋਲਣ ਲਈ ਮਨੁੱਖ ਨੂੰ ਮਿਹਨਤ ਕਰਨੀ ਪਵੇਗੀ, ਨਾਮ ਜਪਣਾ ਪਵੇਗਾ। 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। 10ਵਾਂ ਜਿਹੜਾ ਦਰਵਾਜ਼ਾ ਹੈ ਗੁਰੂ ਪਿਆਰਿਓ ਗੁਪਤ ਰੱਖਿਆ ਹੈ। ਸਤਿਗੁਰੂ ਇੱਕ ਜਗ੍ਹਾ ਹੋਰ ਬਚਨ ਕਰਦੇ ਨੇ, 9 ਦਰਵਾਜ਼ੇ ਨਵੇਂ ਦਰ ਫੀਕੇ, 10ਵੇਂ ਤਤ ਚੁਆਈ ਹੈ। 9 ਦਰਵਾਜ਼ੇ ਜਿਹੜੇ ਨੇ, ਜਿਵੇਂ ਮਨੁੱਖ ਦੇ ਕੰਨ ਨੇ, ਅੱਖਾਂ ਨੇ, ਨੱਕ ਹੈ, ਇਹ ਸਾਰੀ ਜ਼ਿੰਦਗੀ ਜੇ ਮਨੁੱਖ ਨੇ ਕੰਨਾਂ ਨਾਲ ਪਰਮੇਸ਼ਰ ਦਾ ਨਾਮ ਨਹੀਂ ਸੁਣਿਆ, ਅੱਖਾਂ ਦੇ ਨਾਲ ਸਤਿਗੁਰ ਦੇ ਦੀਦਾਰ ਨਹੀਂ ਕੀਤੇ, ਮਹਾਰਾਜ ਕਹਿੰਦੇ ਫਿਰ ਇਹ ਜਿਹੜੇ 9 ਦਰਵਾਜ਼ੇ ਨੇ ਫਿੱਕੇ ਹੀ ਨੇ। ਇਹਨਾਂ ਦੇ ਨਾਲ ਮਨੁੱਖ ਸਾਰੀ ਜ਼ਿੰਦਗੀ ਦੁਨਿਆਵੀ ਰਸ ਇਕੱਠਾ ਕਰਦਾ ਰਿਹਾ, ਪਰਮੇਸ਼ਰ ਦਾ ਜਿਹੜਾ ਰਸ ਹੈ ਉਹ ਇਕੱਠਾ ਨਹੀਂ ਕੀਤਾ। ਤੇ ਮਹਾਰਾਜ ਕਹਿੰਦੇ ਭਾਈ ਇਸ ਕਰਕੇ ਪਰਮਾਤਮਾ ਵਾਹਿਗੁਰੂ ਨੇ ਉਹ 10ਵਾਂ ਜਿਹੜਾ ਦਰਵਾਜ਼ਾ ਗੁਪਤ ਰੱਖਿਆ ਹੋਇਆ ਹੈ। ਬੜੇ ਧਰਮਾਂ ਨੇ ਉਸ ਦਰਵਾਜ਼ੇ ਨੂੰ, ਕਿਸੇ ਨੇ ਮੱਥੇ ਵਿੱਚ ਦੱਸਿਆ, ਕਿਸੇ ਧਰਮ ਨੇ ਕਿੱਥੇ ਦੱਸਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਰਦੇ ਨੇ, ਜਿਤ ਦਰ ਵਸੈ ਕਵਨ ਦਰ ਕਹੀਐ, ਦਰਾਂ ਭੀਤਰ ਦਰ ਕਵਨ ਲਹੈ। ਵੀ ਜਿਹੜਾ 10ਵਾਂ ਦਰਵਾਜ਼ਾ ਹੈ ਉਹ ਇਹਨਾਂ 9ਵਾਂ ਦਰਾਂ ਦੇ ਕੋਲ ਹੀ ਹੈ, ਦੂਰ ਨਹੀਂ ਹੈ। ਸੱਚੇ ਪਾਤਸ਼ਾਹ ਜੀ ਬਚਨ ਕਰਦੇ, ਜਿਸ ਦਰ ਕਾਰਨ ਫਿਰਾ ਉਦਾਸੀ, ਸੋ ਦਰ ਕੋਈ ਆਏ ਕਹੈ। ਕਿ ਜਿੰਨਾ ਚਿਰ ਬੰਦਾ ਮਨੁੱਖ ਉਪਰਾਮ ਨਹੀਂ ਹੁੰਦਾ, ਬੈਰਾਗੀ ਨਹੀਂ ਹੁੰਦਾ, ਉਹਨਾਂ ਚਿਰ ਗੁਰੂ ਪਿਆਰਿਓ ਪਰਮੇਸ਼ਰ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਬਚਨ ਵਿੱਚ ਕਿਰਪਾ ਕਰਦੇ ਨੇ ਕਿ 9 ਦਰਵਾਜ਼ੇ ਸਤਿਗੁਰ ਨੇ ਦਿਖਾ ਦਿੱਤੇ ਨੇ, 10ਵਾਂ ਜਿਹੜਾ ਉਹ ਗੁਪਤ ਰੱਖਿਆ। 9 ਦਰਵਾਜ਼ੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਤੇ ਰਾਮਕਲੀ ਰਾਗ ਵਿੱਚ 9 ਦਰਵਾਜ਼ੇ ਨਵੇਂ ਦਰ ਫੀਕੇ, 10ਵੇਂ ਤਤ ਚੁਆਈ ਹੈ। ਜਿਤ ਦਰ ਵਸੈ ਕਵਨ ਦਰ ਕਹੀਐ, ਦਰਾਂ ਭੀਤਰ ਦਰ ਕਵਨ ਲਹੈ। ਜਿਤ ਦਰ ਕਾਰਨ ਫਿਰਾ ਉਦਾਸੀ, ਸੋ ਕੋਈ ਦਰ, ਜਿਵੇਂ ਬਾਣੀ ਦੇ ਵਿੱਚ ਬਚਨ ਆਉਂਦਾ ਹੈ, ਸੋ ਦਰ ਕੋਈ ਆਏ ਕਹੈ। ਉਹ ਦਰ ਕਿਹੜਾ ਹੈ ਜਿਸ ਦਰ ਵਿੱਚ ਮਨੁੱਖ ਉਪਰਾਮ ਹੋ ਜਾਂਦਾ ਦੁਨੀਆ ਦੇ ਪਦਾਰਥਾਂ ਚੋਂ। ਗੁਰੂ ਪਿਆਰਿਓ ਜਿਵੇਂ 9 ਦਰਵਾਜ਼ੇ ਨੇ, ਅੱਖਾਂ ਨੇ, ਕੰਨ ਨੇ, ਨੱਕ ਨੇ, ਸਾਰੇ ਜੇ ਮਨੁੱਖ ਸਹੀ ਤਰੀਕੇ ਨਾਲ ਵਰਤੇ ਫਿਰ ਇਹਨਾਂ ਦੇ ਨਾਲ ਵਰਤ ਕਰਕੇ ਉਹ 10ਵਾਂ ਦਰਵਾਜ਼ਾ ਖੁੱਲ ਜਾਂਦਾ ਹੈ। ਤੇ ਬਾਣੀ ਵਿੱਚ ਮਹਾਰਾਜ ਬਚਨ ਕਰਦੇ ਨੇ ਕਿ ਭਾਈ ਅੱਖਾਂ ਵਿੱਚੋਂ ਪਰਮੇਸ਼ਰ ਵਾਹਿਗੁਰੂ ਨੂੰ ਦੇਖਣਾ। ਅੱਖਾਂ ਸਤਿਗੁਰ ਨੇ ਬਖਸ਼ਿਸ਼ ਕੀਤੀਆਂ ਨੇ, ਸਤਿਗੁਰ ਕਹਿੰਦੇ ਪਰ ਅੱਖਾਂ ਨਾਲ ਉਹ ਪਰਮੇਸ਼ਰ ਨੂੰ ਦੇਖਦਾ ਨਹੀਂ। ਰਸਨਾ ਦਿੱਤੀ ਹੈ ਪਰ ਰਸਨਾ ਦੇ ਨਾਲ ਨਾਮ ਨਹੀਂ ਜਪਦਾ। ਇਹ 9 ਦਰਵਾਜ਼ੇ ਨੇ। ਇੱਕ ਬਾਣੀ ਦਾ ਬਚਨ ਹੁੰਦਾ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜੇ ਬਾਜੀ ਅਲੇ ਅਨਹਦ ਬਾਜੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਚਨ ਹੋਰ ਕਰਦੇ, 10ਵਾਂ ਦਰਵਾਜ਼ਾ ਖੁੱਲੇਗਾ ਕਿਵੇਂ? ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ, ਗੁਰਦੁਆਰੇ ਹੋਏ ਸੋਜੀ ਪਾਏ ਸੀ,
ਕਿ ਹੋਰ ਜਿੰਨੇ ਮਰਜੀ ਮਨੁੱਖ ਯਤਨ ਕਰ ਲੇ 10ਵਾਂ ਦਰਵਾਜ਼ਾ ਖੋਲਣ ਵਾਸਤੇ ਇਹ ਖੁੱਲਦਾ ਨਹੀਂ। ਇਹ ਗੁਰੂ ਕਿਰਪਾ ਕਰੇ ਗੁਰੂ ਪਿਆਰਿਓ। ਜਿਵੇਂ ਕਿ ਬਚਨ ਹੁੰਦਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਕਿ ਜਿੰਨੇ ਮਰਜੀ ਮਨੁੱਖ ਯਤਨ ਕਰ ਲੇ ਪਰ ਗੁਰੂ ਤੋਂ ਬਿਨਾ ਇਹ ਸੋਝੀ ਪ੍ਰਾਪਤ ਨਹੀਂ ਹੁੰਦੀ। ਇਹ 10ਵਾਂ ਦਰਵਾਜ਼ਾ ਖੁੱਲਦਾ ਨਹੀਂ। ਗੁਰੂ ਕੀ ਮੱਤ ਜਿਹੜੀ ਹੈ ਉਹ ਦਰਵਾਜ਼ਾ ਹੈ, ਸ਼ਬਦ ਜਿਹੜਾ ਦਰਵਾਜ਼ਾ ਹੈ। ਗੁਰੂ ਪਿਆਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਤ ਬਹਿ ਸਰਬ ਸਮਾਲੇ। ਉਹ ਕਿਹੜਾ ਘਰ ਹੈ ਜਿਸ ਘਰ ਵਿੱਚ ਬੈਠ ਕੇ ਪਤੀ ਪਰਮੇਸ਼ਰ ਵਾਹਿਗੁਰੂ ਜੀਵਾਂ ਦੀ ਸੰਭਾਲ ਕਰਦਾ ਪਿਆ ਹੈ। ਸੱਚੇ ਪਾਤਸ਼ਾਹ ਜੀ ਕਿ ਜਿਹੜਾ ਮਨੁੱਖ ਨਾਮ ਜਪੇਗਾ, ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਵੇਗਾ, ਭਾਈ ਉਸ ਦਰਵਾਜ਼ੇ ਤੱਕ ਪਹੁੰਚ ਜਾਵੇਗਾ। ਗੁਰੂ ਨਾਨਕ ਸਾਹਿਬ ਜੀ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਣ ਹਾਰੇ। ਕਿ ਉਸ ਪ੍ਰਮਾਤਮਾ ਦੇ ਘਰ ਦੇ ਦਰਵਾਜ਼ੇ ਤੇ ਅਨੇਕਾਂ ਜਿਹੜੇ ਨਾਦ ਨੇ ਗੁਰੂ ਪਿਆਰਿਓ ਉਹ ਵੱਜ ਰਹੇ ਨੇ। ਜਿਵੇਂ ਅਸੀਂ ਬਾਣੀ ਪੜ੍ਹਦੇ ਆਂ, 31 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੈ ਤੇ ਮਹਾਰਾਜ ਕਹਿੰਦੇ ਇਹ ਅਣਗਿਣਤ ਜਿਹੜੇ ਰਾਗ ਨੇ, ਬੇਅੰਤ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਨੇ ਤੇ ਪ੍ਰਮਾਤਮਾ ਦੇ ਦਰ ਤੇ ਉਹ ਰਾਗ ਜਿਹੜੇ ਵਜਾ ਕਰਕੇ ਪ੍ਰਮਾਤਮਾ ਦੀ ਸਿਫਤ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਬਾਣੀ ਪੜ੍ਹਨ ਵਾਲੇ ਗੁਰੂ ਕੇ ਸਿੱਖ ਨੇ, ਤੁਸੀਂ ਦੇਖਦੇ ਹੋ ਮਹਾਰਾਜ ਨੇ 2 ਤਰੀਕਿਆਂ ਦੀ ਜਿਹੜੀ ਬਾਣੀ ਹੈ, ਭਾਵ 2 ਰਾਗਾਂ ਵਿੱਚ। ਇੱਕ ਜਿਹੜੀ ਹੈ ਪੂਰਬੀ ਰਾਗਾਂ ਦੀ ਬਾਣੀ ਹੈ, ਇੱਕ ਦੱਖਣੀ ਰਾਗਾਂ ਦੀ ਬਾਣੀ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਆ ਨਾ, ਇੱਕ ਜਗ੍ਹਾ ਤੇ ਇਹ ਆਉਂਦਾ ਕਿ ਮਹਾਰਾਜ ਨੇ ਸ੍ਰੀ ਰਾਗ ਨੂੰ ਮਹਾਨਤਾ ਦਿੱਤੀ ਹੈ। ਰਾਗਨ ਮੈਂ ਸ੍ਰੀ ਰਾਗ ਹੈ, ਪਾਰਸ ਬਖਿਆਨ ਹੈ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਰਾਗ ਸ੍ਰੀ ਰਾਗ ਹੈ। ਪਰ ਜੇ ਰਾਗਮਾਲਾ ਪੜ੍ਹਦੇ ਆ ਤੇ ਰਾਗਮਾਲਾ ਵਿੱਚ ਆਉਂਦਾ ਪ੍ਰਥਮ ਰਾਗ ਭੈਰਵ ਕਰਹੀ। ਕਿ ਰਾਗਮਾਲਾ ਵਿੱਚ ਕਿਹਾ ਕਿ ਜਿਹੜਾ ਪ੍ਰਥਮ ਜਿਹੜਾ ਰਾਗ ਆ ਉਹ ਭੈਰਵੀ ਹੈ। ਪਰ ਉਹਦੀ ਗੱਲ ਹੈ, ਮਹਾਰਾਜ ਕਹਿੰਦੇ ਜਿਵੇਂ ਪੂਰਬ ਵੱਲ ਪਾਸੇ ਚਲੇ ਜਾਓ, ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭੈਰੋ ਰਾਗ ਮੰਨਿਆ ਜਾਂਦਾ ਹੈ, ਜਿਹੜਾ ਪਹਿਲਾ ਰਾਗ ਹੈ ਮੰਨਿਆ ਜਾਂਦਾ ਹੈ। ਜਿਵੇਂ ਦੱਖਣ ਦੇ ਵਿੱਚ ਚਲੇ ਜਾਓ, ਉੱਤਰੀ ਭਾਰਤ ਵਿੱਚ, ਤੇ ਮਹਾਰਾਜ ਨੇ ਸ੍ਰੀ ਰਾਗ ਨੂੰ ਮਹਾਨਤਾ ਦਿੱਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਦੋਂ ਬਾਣੀ ਪੜ੍ਹਦੇ ਆ ਤੇ ਕਈ ਵਾਰੀ ਬਚਨ ਆਉਂਦਾ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਤੇ ਜਦੋਂ ਰਾਮਕਲੀ ਰਾਗ ਪੜ੍ਹਦੇ ਆ ਤੇ ਰਾਮਕਲੀ ਦੱਖਣੀ ਮਹੱਲਾ ਪਹਿਲਾ। ਕਿ ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ ਰਾਗੀ ਸਾਹਿਬਾਨ ਜਾਂ ਕੋਈ ਵੀ ਕਿਸੇ ਵੀ ਗੁਰੂ ਪਿਆਰਿਓ ਸ਼ਬਦ ਨਾਲ ਜੁੜਦਾ ਹੈ, ਤੇ ਮਹਾਰਾਜ ਕਹਿੰਦੇ ਜਿਹੜਾ ਉਹ ਸ਼ਬਦ ਗਾਉਣਾ ਉਸ ਪੂਰਬੀ ਰਾਗ ਦੇ ਵਿੱਚ, ਉਹ ਉੱਤਰ ਭਾਰਤ ਵਿੱਚ ਜਿਵੇਂ ਗਾਇਆ ਜਾਂਦਾ ਉਸ ਹਿਸਾਬ ਨਾਲ ਗਾਉਣਾ ਹੈ, ਦੱਖਣੀ ਦੇ ਵਿੱਚ ਦੱਖਣੀ ਦੇ ਹਿਸਾਬ ਨਾਲ ਗਾਉਣਾ। ਮਹਾਰਾਜ ਕਹਿੰਦੇ ਅਨੇਕਾਂ ਜਿਹੜੇ ਨੇ ਜੀਵ ਜਿਹੜੇ ਨੇ ਅਨੇਕਾਂ ਰਾਗਾਂ ਵਿੱਚ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਭੈਰਵ ਰਾਗ ਦੀਆਂ 5 ਘਰਵਾਲੀਆਂ ਨੇ। ਭੈਰਵ ਰਾਗ ਪ੍ਰਥਮ ਹੈ ਕਰੀ ਪੰਜ ਰਾਗਣੀ ਸੰਗੋ ਚਰਹੀ। 5 ਰਾਗਣੀਆਂ ਨੇ, ਅੱਗੇ ਪੁੱਤਰ ਨੇ। ਸਤਿਗੁਰੂ ਕਹਿੰਦੇ ਅਨੇਕਾਂ ਜਿਹੜੇ ਕੁਦਰਤ ਦੇ ਅਨੇਕਾਂ ਜੀਵ ਜਿਹੜੇ ਨੇ, ਅਣਗਿਣਤ ਜਿਹੜੇ ਵਾਜੇ ਨੇ, ਉਹ ਪ੍ਰਮਾਤਮਾ ਦੇ ਘਰ ਤੇ ਵਜਾ ਕਰਕੇ ਉਸ ਦੀ ਵਡਿਆਈ ਕਰ ਰਹੇ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਅਨੇਕਾਂ ਨਾਦ ਵਜਾ ਰਹੇ ਨੇ। ਜਿਵੇਂ ਪਿਛਲੇ ਸਮੇਂ ਤੋਂ ਤੁਸੀਂ ਦੇਖੋਗੇ ਭਗਵਾਨ ਕ੍ਰਿਸ਼ਨ ਜੀ ਨੇ ਮੁਰਲੀ ਵਜਾਈ ਤੇ ਨਾਰਦ ਨੇ ਗੁਰੂ ਪਿਆਰਿਓ ਬੀਣਾ ਵਜਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਗੁਰੂ ਅਰਜਨ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸੁਰੰਦਾ ਵਜਾਇਆ। ਇਹ ਰਾਗ ਦੀ ਬੜੀ ਮਹਾਨਤਾ ਹੈ। ਸੱਚੇ ਪਾਤਸ਼ਾਹ ਕਹਿੰਦੇ ਕੇਤੇ ਵਾਵਣ ਹਾਰੇ, ਅਨੇਕਾਂ ਜਿਹੜੇ ਵਾਜੇ ਵਜਾਉਣ ਵਾਲੇ ਪ੍ਰਮਾਤਮਾ ਦੇ ਦਰ ਤੇ ਖੜੇ ਹੋ ਕਰਕੇ ਸਿਫਤ ਕਰ ਰਹੇ ਹਨ। ਕੇਤੇ ਰਾਗ ਪਰਿਸਿਓ ਕਹੀਨ, ਕੇਤੇ ਗਾਵਣ ਹਾਰੇ। ਆ ਰਾਗਮਾਲਾ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਕਿੰਨੀਆਂ ਕੁ ਰਾਗ ਰਾਗਣੀਆਂ ਪਰਮੇਸ਼ਰ ਬੇਅੰਤ ਰਾਗਾਂ ਵਿੱਚ ਪ੍ਰਮਾਤਮਾ ਦੀ ਵਡਿਆਈ ਕਰ ਰਹੀਆਂ ਨੇ, ਜੋ ਤੈਨੂੰ ਗਾ ਰਹੀਆਂ ਨੇ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਨੇ ਜਿਨ੍ਹਾਂ ਦਾ ਕੋਈ ਪਾਰਾਵਾਰ ਨਹੀਂ। ਗਾਵੇ ਤੋਹਨੋਂ ਪਾਉਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਹੇ ਨਿਰੰਕਾਲ ਅਕਾਲ ਪੁਰਖ ਜੀ, ਤੈਨੂੰ ਪਾਉਣ ਤੇ ਪਾਣੀ ਅਗਨੀ ਤੇਰੇ ਗੁਣ ਗਾ ਰਹੇ ਨੇ। ਹੁਣ ਅਸੀਂ ਕਵਾਂਗੇ ਕਿ ਇਹ ਗੁਣ ਕਿਵੇਂ ਗਾ ਰਹੇ ਨੇ, ਪਾਣੀ ਕਿਵੇਂ ਗੁਣ ਗਾ ਰਿਹਾ ਹੈ, ਅਗਨੀ ਕਿਵੇਂ ਗੁਣ ਗਾ ਰਹੀ ਹੈ। ਸਭ ਤੋਂ ਗੁਣ ਗਾਉਣ ਦਾ ਵੱਡਾ ਤਰੀਕਾ ਕਿ ਗੁਰੂ ਪਿਆਰੇ ਇਹ ਪਰਮੇਸ਼ਰ ਦੇ ਭਾਣੇ ਵਿੱਚ ਨੇ।
ਇਹ ਗਾਉਣਾ ਹੈ। ਮਹਾਰਾਜ ਕਹਿੰਦੇ ਇਹ ਸਾਰਾ ਕੁਝ ਪੌਣ ਪਾਣੀ ਬੈਸੰਤਰ ਹਵਾ ਪਾਣੀ ਤੇ ਅਗਨੀ ਇਹ ਪਰਮੇਸ਼ਰ ਦੇ ਗੁਣ ਗਾ ਰਹੇ ਨੇ। ਪਰ ਸਾਡੇ ਮਨ ਵਿੱਚ ਇੱਕ ਗੱਲ ਆਏਗੀ, ਗਾ ਕਿਵੇਂ ਰਹੇ ਨੇ? ਸਭ ਤੋਂ ਵੱਡੀ ਗਾਉਣ ਦਾ ਤਰੀਕਾ ਕਿ ਉਹ ਪਾਣੇ ਵਿੱਚ ਚੱਲ ਰਹੇ ਨੇ। ਜਿਵੇਂ ਪਾਣੀ ਹੈ, ਉਹਨੂੰ ਜਿੰਨਾ ਮਰਜ਼ੀ ਯਤਨ ਕਰ ਲਓ ਨਿਵਾਣ ਨੂੰ ਜਾਏਗਾ, ਉੱਪਰ ਨੂੰ ਨਹੀਂ ਜਾਂਦਾ। ਜਿਹੜੀ ਅਗਨੀ ਹੈ ਉਹ ਗੁਰੂ ਪਿਆਰਿਓ ਜਿੰਨਾ ਮਰਜ਼ੀ ਉਹਨੂੰ ਯਤਨ ਕਰ ਲਓ, ਉਹ ਪਰਮੇਸ਼ਰ ਦੇ ਭਾਣੇ ਵਿੱਚ ਹੈ। ਭਾਵ ਜਿਵੇਂ ਕੋਈ ਬਰਫ਼ ਦਾ ਗੋਲਾ ਹੋਵੇ ਤੇ ਮਨੁੱਖ ਸਮਝੇ ਕਿ ਇਹਦੇ ਵਿੱਚੋਂ ਮੈਨੂੰ ਤਪਸ ਮਿਲੇ ਤੇ ਮਿਲ ਨਹੀਂ ਸਕਦੀ, ਕਿਉਂਕਿ ਉਹ ਭਾਣੇ ਵਿੱਚ ਹੈ। ਜੇ ਗੁਰੂ ਪਿਆਰਿਓ ਅੱਗ ਦੀ ਗੱਲ ਕੀਤੀ ਹੈ ਤੇ ਕੋਈ ਮਨੁੱਖ ਅੱਗ ਦੇ ਕੋਲ ਜਾਏ ਤੇ ਉਹਨੂੰ ਠੰਡਕ ਮਹਿਸੂਸ ਹੋਏ ਤੇ ਹੋ ਨਹੀਂ ਸਕਦੀ। ਮਹਾਰਾਜ ਕਹਿੰਦੇ ਇਹ ਪੌਣ ਪਾਣੀ ਜਿਹੜੀ ਅਗਨੀ ਹੈ, ਇਹ ਸਾਰਾ ਕੁਝ ਪਰਮੇਸ਼ਰ ਦੇ ਹੁਕਮ ਵਿੱਚ ਉਹਦੇ ਗੁਣ ਗਾ ਰਹੇ ਨੇ, ਉਹਦੇ ਭਾਣੇ ਵਿੱਚ ਨੇ। ਤੇ ਜਿਵੇਂ ਅਸੀਂ ਕਹਿ ਦਈਏ, ਅਗਲਾ ਬਚਨ ਮਹਾਰਾਜ ਕਰਦੇ ਨੇ, ਗਾਵੇ ਰਾਜਾ ਧਰਮ ਦੁਆਰੇ। ਧਰਮ ਰਾਜਾ ਤੇ ਹੋਰ ਵੱਡੇ ਵੱਡੇ ਰਾਜੇ ਜਿਹੜੇ ਨੇ ਉਹ ਪਰਮਾਤਮਾ ਦੇ ਗੁਣ ਗਾ ਰਹੇ ਨੇ। ਕਿਉਂ? ਕਿਉਂਕਿ ਜੇ ਸਰੀਰ ਵਿੱਚ ਹਵਾ ਹੀ ਨਹੀਂ, ਜੇ ਸਰੀਰ ਵਿੱਚ ਅਗਨੀ ਨਹੀਂ ਤੇ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੇ ਗੁਣ ਨਹੀਂ ਗਾ ਸਕਦਾ। ਇਹ ਕੁਝ ਮਹਾਰਾਜ ਨੇ ਸਾਨੂੰ ਦਿੱਤਾ ਹੈ, ਤਾਂ ਮਹਾਰਾਜ ਕਹਿੰਦੇ ਅਸੀਂ ਉਹਦੇ ਗੁਣ ਗਾ ਰਹੇ ਹਾਂ। ਵੱਡੇ ਵੱਡੇ ਗੁਰੂ ਪਿਆਰਿਓ ਰਾਜੇ ਜਿਹੜੇ ਨੇ, ਧਰਮ ਰਾਜਾ, ਉਹ ਵੀ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰ ਰਿਹਾ, ਉਹ ਵੀ ਹੁਕਮ ਵਿੱਚ ਹੈ। ਜਦੋਂ ਗੁਰੂ ਪਿਆਰਿਓ ਜਨਕ ਰਾਜੇ ਨੇ ਇਹ ਨਰਕ ਖਾਲੀ ਕਰਵਾਉਣ ਲੱਗੇ ਤੇ ਉਸ ਸਮੇਂ ਧਰਮ ਰਾਜੇ ਨੇ ਬੇਨਤੀ ਕੀਤੀ। ਜਨਕ ਰਾਜੇ ਨੇ ਕਿਹਾ ਸੀ ਸਾਰੇ ਜਨਕ ਜਿਹੜਾ ਇਹ ਨਰਕ ਖਾਲੀ ਕਰ ਦਿਓ, ਤੇ ਧਰਮ ਰਾਜੇ ਦੇ ਹੱਥ ਜੁੜ ਗਏ ਸੀ, ਇਹ ਮੇਰੇ ਵੱਸ ਵਿੱਚ ਨਹੀਂ, ਇਹ ਤੇ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਮੈਂ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਚੱਲ ਰਿਹਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕੁਝ ਇਹ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਪ੍ਰਮਾਤਮਾ ਦੀ ਵਡਿਆਈ ਕਰ ਰਹੇ ਹਨ। ਗਾਵੇ ਚਿਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਚਿੱਤਰ ਗੁਪਤ ਨੇ, ਇਹ ਹਰ ਇੱਕ ਮਨੁੱਖ ਦਾ ਇੱਕ ਇੱਕ ਪਲ ਦਾ ਲੇਖਾ ਲਿਖਦੇ ਨੇ। ਤੇ ਲੇਖਾ ਲਿਖ ਕਰਕੇ ਧਰਮ ਰਾਜੇ ਕੋਲ ਗੁਰੂ ਪਿਆਰੇ ਸਾਰਾ ਲੇਖਾ ਲੈ ਕੇ ਜਾਂਦੇ ਨੇ। ਲਿਖੇ ਹੋਏ ਨੂੰ ਫਿਰ ਧਰਮ ਰਾਜਾ ਵਿਚਾਰਦਾ ਹੈ। ਮਹਾਰਾਜ ਕਹਿੰਦੇ ਚਿੱਤਰ ਗੁਪਤ ਚਿੱਤ ਗੁਪਤ ਲਿਖ ਜਾਣਾ, ਇਹ ਸਾਰਾ ਲਿਖਦੇ ਨੇ ਇੱਕ ਪਲ ਦਾ ਲੇਖਾ, ਇਹ ਵੀ ਹੁਕਮ ਵਿੱਚ ਹੀ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਕੁਝ ਲਿਖ ਕਰਕੇ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਇਹ ਹੁਕਮ ਵਿੱਚ ਨੇ, ਭਾਣੇ ਵਿੱਚ ਨੇ। ਤੇ ਲਿਖ ਲਿਖ ਧਰਮ ਵਿਚਾਰੇ। ਧਰਮ ਰਾਜਾ ਫਿਰ ਉਹਨਾਂ ਨੂੰ ਵਿਚਾਰਦਾ ਤੇ ਵਿਚਾਰ ਕਰਕੇ ਮਨੁੱਖ ਨੂੰ ਫਿਰ ਸਜ਼ਾ ਦਿੰਦਾ। ਤੇ ਮਹਾਰਾਜ ਕਹਿੰਦੇ ਸਾਰੇ ਹੀ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਵਡਿਆਈ ਕਰਕੇ ਇਹ ਉਸ ਦੀ ਵਡਿਆਈ ਕਰ ਰਹੇ ਹਨ। ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਸੱਚੇ ਪਾਤਸ਼ਾਹ ਕਹਿੰਦੇ ਈਸ਼ਰ ਕਹਿੰਦੇ ਨੇ ਵਿਸ਼ਨੂੰ ਨੂੰ। ਵਿਸ਼ਨੂੰ ਜਿਹੜਾ ਬਹੁਤ ਵੱਡਾ ਦੇਵਤਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ ਈਸ਼ਰ ਜਿਹੜਾ ਹੈ ਵਿਸ਼ਨੂੰ ਜੀ, ਬ੍ਰਹਮਾ ਜੀ, ਦੇਵੀ ਜਿਹੜੇ ਨੇ ਬਹੁਤ ਵੱਡੇ ਵੱਡੇ ਦੇਵੀ ਦੇਵਤੇ, ਇਹ ਪ੍ਰਮਾਤਮਾ ਦੇ ਘਰ ਤੇ ਖੜੇ ਹੋ ਕਰਕੇ ਗੁਰੂ ਪਿਆਰਿਓ ਉਹ ਪ੍ਰਮਾਤਮਾ ਨੂੰ ਗਾ ਰਹੇ ਨੇ, ਸੋਹਣ ਸਦਾ ਸਵਾਰੇ। ਜੋ ਤੇਰੇ ਦਰ ਦੇ ਸਵਾਰੇ ਹੋਏ ਨੇ, ਜਿਨ੍ਹਾਂ ਨੂੰ ਇਹ ਵਡਿਆਈਆਂ ਜਿਹੜੀਆਂ ਪ੍ਰਾਪਤ ਹੋਈਆਂ ਨੇ। ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਭਾਈ ਪ੍ਰਮਾਤਮਾ ਦੀ ਸਾਰਾ ਸੰਸਾਰ ਜਿਹੜਾ ਵਡਿਆਈ ਕਰ ਰਿਹਾ। ਗੁਰੂ ਨਾਨਕ ਸਾਹਿਬ ਜੀ ਇੱਕ ਜਗ੍ਹਾ ਬਚਨ ਕਰਦੇ ਨੇ ਕਿ ਜਦੋਂ ਮੈਂ ਪ੍ਰਮਾਤਮਾ ਦੇ ਕੋਲ ਗਿਆ ਤੇ ਪ੍ਰਮਾਤਮਾ ਦੇ ਕੋਲ ਜਾ ਕਰਕੇ ਮੈਂ ਬਚਨ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ, ਹਰ ਪ੍ਰਭ ਠਾਡੀ ਖਸਮ ਕਾ ਹਰ ਕੈ ਦਰ ਆਇਆ। ਗੁਰੂ ਗ੍ਰੰਥ ਸਾਹਿਬ ਦਾ ਬਚਨ ਕਿ ਜਦੋਂ ਗੁਰੂ ਨਾਨਕ ਸਾਹਿਬ ਪਰਮੇਸ਼ਰ ਦੇ ਕੋਲ ਗਏ ਤੇ ਪਰਮੇਸ਼ਰ ਵਾਹਿਗੁਰੂ ਨੂੰ ਨਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਜੀ ਦੇ ਕੋਲ ਬੇਨਤੀ ਕੀਤੀ ਕੀ ਹੁਕਮ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਬਚਨ ਕਰਦੇ, ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ। ਕਿ ਸੱਚੇ ਪਾਤਸ਼ਾਹ ਮੇਰੇ ਲਈ ਡਿਊਟੀ ਕੀ ਹੈ। ਤੇ ਸੱਚੇ ਪਾਤਸ਼ਾਹ ਜੀ ਨੂੰ ਪਰਮੇਸ਼ਰ ਵਾਹਿਗੁਰੂ ਨੇ ਹੁਕਮ ਕੀਤਾ ਕਿ ਸੰਸਾਰ ਨੂੰ ਮੈਂ ਪੈਦਾ ਕੀਤਾ ਪਰ ਕੋਈ ਵੀ ਮੇਰੀ ਵਡਿਆਈ ਨਹੀਂ ਕਰ ਰਿਹਾ। ਪਰਮਾਤਮਾ ਵਡਿਆਈ ਦਾ ਭੁੱਖਾ ਨਹੀਂ, ਜਿਵੇਂ ਬਾਣੀ ਦੇ ਵਿੱਚ ਆਉਂਦਾ। ਪਰ ਸਤਿਗੁਰ ਕਹਿੰਦੇ ਤੁਹਾਡੀ ਇਹ ਡਿਊਟੀ ਹੈ। ਗੁਰੂ ਨਾਨਕ ਸਾਹਿਬ ਦੀ ਡਿਊਟੀ ਲਗਾਈ ਕਿ ਤੁਸੀਂ ਜਾ ਕਰਕੇ ਪ੍ਰਮਾਤਮਾ ਵਾਹਿਗੁਰੂ ਭਾਵ ਮੇਰਾ ਜਿਹੜਾ ਸੰਸਾਰ ਵਿੱਚ ਵਡਿਆਈ ਕਰਾਉਣਾ ਕਰੋ। ਲੋਕ ਜਿਹੜੇ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ, ਜਿਹੜੇ ਫੋਕਟ ਕਰਮ ਕਰਕੇ ਦੁਖੀ ਹੋ ਰਹੇ ਨੇ, ਉਹਨਾਂ ਨੂੰ ਤੁਸੀਂ ਪਰਮੇਸ਼ਰ ਦੇ ਨਾਮ ਨਾਲ ਜੋੜਨਾ ਕਰੋ।
ਉਹਨਾਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਨਾਨਕ ਸਾਹਿਬ ਜੀ ਦੀ ਡਿਊਟੀ ਲਗਾਈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆ ਕਰਕੇ ਗੁਰੂ ਪਿਆਰਿਓ ਸਾਰੇ ਸੰਸਾਰ ਨੂੰ ਨਾਮ ਨਾਲ ਜੋੜਨਾ ਕੀਤਾ। ਕਿਉਂਕਿ ਆ ਜਿੰਨਾ ਕੁਝ ਵੀ ਅਸੀਂ ਇਹ ਬਾਣੀ ਵਿਚਾਰ ਰਹੇ ਆ, ਇੰਦਰ ਦੇਵਤਾ, ਵਿਸ਼ਨੂੰ ਦੇਵਤਾ, ਇਹ ਸਾਰੇ ਦੇਵਤੇ, ਇਹ ਪੌਣ ਪਾਣੀ ਬੈਸੰਤਰ, ਇਹ ਸਾਰਾ ਕੁਝ ਹੀ ਗੁਰੂ ਪਿਆਰਿਓ ਇਹ ਆਪਣੇ ਕਿਉਂਕਿ ਸੁਖ ਬਖਸ਼ੇ ਹੋਏ ਨੇ। ਹਰ ਇੱਕ ਮਨੁੱਖ ਆਪਣੀ ਜਿਹੜੀ ਵਡਿਆਈ ਕਰ ਰਿਹਾ ਪਰਮੇਸ਼ਰ ਦੀ ਆਪਣੇ ਸੁੱਖਾਂ ਵਾਸਤੇ ਕਰ ਰਿਹਾ। ਮਹਾਰਾਜ ਕਹਿੰਦੇ ਭਾਈ ਇਸ ਕਰਕੇ ਨਾਮ ਜਿਹੜਾ ਹੈ, ਹਰ ਪੁੱਛਿਆ ਢਾਡੀ ਸਦਕੈ ਕਿਰਤ ਅਰਥ ਤੂੰ ਆਇਆ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਪਰਮੇਸ਼ਰ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ, ਤੁਹਾਡੇ ਆਉਣ ਦਾ ਕਾਰਨ ਕੀ ਹੈ? ਹਉ ਹਰ ਪੁੱਛਿਆ ਢਾਡੀ ਸਦਕੈ